ਇਹ ਵੱਡੀ ਜੰਗ ਹੈ। ਇਹ ਜਿੰਨਾ ਚਿਰ ਸਾਡੇ ਆਰਡੀਨੈਂਸ ਤਿੰਨੇ ਵਾਪਸ ਨਹੀਂ ਹੁੰਦੇ, ਘਾਤਕ ਆਰਡੀਨੈਂਸ, ਉਹਨਾਂ ਚਿਰ ਅਸੀਂ ਟੇਕ ਕੇ ਨਹੀਂ ਬੈਠਾਂਗੇ। ਰੋਕਣਾ ਨਾ ਪਵੇ। ਆਪਾਂ ਬਾਦਲ ਦੇ ਪਿੰਡ 'ਚ ਆਏ ਆ, ਉਹਦੇ ਪਿੰਡ 'ਚ ਆਪਦਾ ਰੋਸ ਵਿਖਾਵਾ ਕਰਨ ਦੀ ਖਾਤਰ ਆਏ ਆ ਤੇ ਲੋਕਾਂ ਨੂੰ ਦੱਸਣ ਆਏ ਆ ਵੀ ਸਾਡੇ ਮੌਤ ਦੇ ਕਾਲੇ ਕਾਨੂੰਨਾਂ ਨੂੰ ਵਾਪਸ ਲਓ। सत श्री अकाल। जगबाणी टीवी देख रहे सारे दर्शकों का स्वागत है। देश अंदर खेती कानूनों खिलाफ संघर्ष जोरां ते है। पंजाब के किसानों ने वख-वख चौंक चौराहियां, सड़कां, रेल पटड़ियां जां टोल प्लाजियां उपर दिन रात धरने लाए हुए ने। जी ਅਸੀਂ ਜਿਹਨਾਂ ਨੂੰ ਰੱਦ ਕਰਾ ਕੇ ਰਹਾਂਗੇ। ਅਸੀਂ ਠੰਡੇ ਨਹੀਂ ਹੋਣ ਦਿੰਦੇ, ਰਾਤਾਂ ਨੂੰ ਵੀ ਧਰਨੇ ਦੇਣਗੀਆਂ, ਦਿਨੇ ਵੀ ਧਰਨੇ ਦੇਣਗੇ। ਮੋਦੀ ਸਾਹਿਬ ਆਓ ਗੱਲ ਅਸੀਂ, ਕਿਉਂਕਿ ਮੌਤ ਤੇ ਜ਼ਿੰਦਗੀ ਦੀ ਲੜਾਈ ਆ ਇਹ। पंजाब अंदर अजिहा रोह बड़े समय बाद वेखण नूं मिल रहा है, जिस च बच्चे, नौजवान, बीबियां, बजुर्ग सब शमूलीयत कर रहे हैं। मंग सिर्फ इक्को है कि केंद्र सरकार अपने तिन्ने बनाए हुए खेती कानूनों नूं वापस लवे। जगबाणी की इस खास रिपोर्ट जरिए असीं तुहाडी झात एक बार फिर तो खेती बिलां दे बनन तो लैके अज तक दे संघर्ष उपर मरवाउण जा रहे हैं। ਜਿਹੜੇ ਅੱਜ ਦੇ ਦੈਂਤ ਹੈ ਉਹਨਾਂ ਦੇ ਪੁਤਲੇ ਫੂਕਣ ਜਾ ਰਹੇ ਆ। ਪੂਰੇ ਭਾਰਤ ਦੇ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਹੈ। ਉਹ ਇੱਕ ਦੋਗਲੀ ਰਾਜਨੀਤੀ ਕਰ ਰਹੇ ਨੇ, ਇਹਨਾਂ ਕਿਸਾਨਾਂ ਦਾ ਇਕੱਠ ਤੋੜਨ ਨੂੰ ਫਿਰਦੇ ਨੇ। ਅਸੀਂ ਇਹ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕਰਿਆ, केंद्र सरकार ने 5 जून 2020 ਨੂੰ कोरोना महामारी ਦੇ ਦੌਰ 'ਚ ਜ਼ਰੂਰੀ ਵਸਤਾਂ ਐਕਟ 'ਚ ਸੋਧ ਕਰਕੇ ਅਤੇ ਇਸ ਤੋਂ ਇਲਾਵਾ ਦੋ ਨਵੇਂ ਕਾਨੂੰਨ ਫਾਰਮਰ ਇੰਪਾਵਰਮੈਂਟ ਅਤੇ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸਿਸ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਆਰਡੀਨੈਂਸ 2020 यानी कि किसानी कीमत गरंटी ਅਤੇ खेती सेवावां ਅਤੇ ਇਸ ਤੋਂ ਇਲਾਵਾ द फार्मर प्रोड्यूस ट्रेड एंड कमर्स प्रमोशन एंड फैसिलिटेशन यानी कि किसानी उपज वणज ਅਤੇ ਵਪਾਰ ਨੂੰ ਆਰਡੀਨੈਂਸਾਂ ਰਾਹੀਂ ਲਾਗੂ ਕੀਤਾ ਸੀ। ਇਹਨਾਂ ਆਰਡੀਨੈਂਸਾਂ ਨੂੰ ਲਾਗੂ ਕਰਦਿਆਂ ਹੀ ਕੇਂਦਰ ਸਰਕਾਰ ਦੀ ਦਲੀਲ ਸੀ ਕਿ ਕਿਸਾਨਾਂ ਨੂੰ ਫਸਲ ਖਰੀਦਣ ਵਾਲੇ ਵਪਾਰੀਆਂ ਨਾਲ ਹੁਣ ਖੁਦ ਨਜਿੱਠਣ ਦਾ ਅਧਿਕਾਰ ਦੇ ਰਿਹਾ ਸੀ। केंद्रीय खेतीबाड़ी मंत्री नरेंद्र तोमर ने यह भी कहा सी कि द फार्मिंग प्रोड्यूस ट्रेड एंड कमर्स यानी कि ऑर्डीनेंस 2020 ਦੇ ਇੱਕ ਐਕਟ ਰਾਹੀਂ ਕਿਸਾਨਾਂ ਨੂੰ ਖੇਤੀ ਉਤਪਾਦ ਮਾਰਕੀਟ ਕਮੇਟੀ यानी कि APMC ਕਾਨੂੰਨ ਮੁਤਾਬਿਕ ਨਿਰਧਾਰਿਤ ਮੰਡੀਆਂ ਤੋਂ ਆਜ਼ਾਦੀ ਦਿਵਾ ਦਿੱਤੀ ਹੈ। ਹੁਣ ਉਹਨਾਂ ਨੂੰ ਕੇਵਲ ਲਾਇਸੈਂਸੀ ਮੰਡੀਆਂ ਵਿੱਚ ਹੀ ਫਸਲ ਨਹੀਂ ਵੇਚਣੀ ਪਵੇਗੀ ਅਤੇ ਨਾ ਹੀ ਕਿਸੇ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਟੈਕਸ ਦੇਣ ਦੀ ਜ਼ਰੂਰਤ ਹੋਵੇਗੀ। पर दूजे पासे जिस दिन ही ये ऑर्डीनेंस जारी होए उस दिन तो ही किसान जथेबंदियां मंडियां कमेटियां दे नाल रल के इन्हां ऑर्डीनेंसां दा विरोध करन लगियां। पंजाब ते केंद्र सरकार मुर्दाबाद। ਧੱਕੇਸ਼ਾਹੀ ਦੇ ਖਿਲਾਫ ਕਣਕ ਦੀ ਧੁੱਪ ਦੇ ਵਿੱਚ ਉਹਨਾਂ ਦਾ ਮੰਨਣਾ ਸੀ ਕਿ ਇਹਨਾਂ ਆਰਡੀਨੈਂਸਾਂ ਰਾਹੀਂ ਸਰਕਾਰ ਨਿੱਜੀ ਸੈਕਟਰ ਨੂੰ ਖੇਤੀਬਾੜੀ ਵਿੱਚ ਉਤਸ਼ਾਹਿਤ ਕਰੇਗੀ। ਇਹਨਾਂ ਆਰਡੀਨੈਂਸਾਂ ਖਿਲਾਫ ਹੌਲੀ-ਹੌਲੀ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਘਰ ਤੋਂ ਸੜਕਾਂ ਤੇ ਆਉਣ ਲੱਗਾ। 27 ਜੁਲਾਈ 2020 ਨੂੰ ਪੰਜਾਬ ਦੇ ਕਿਸਾਨਾਂ ਨੇ ਟਰੈਕਟਰਾਂ ਸਮੇਤ ਸੜਕਾਂ ਉੱਤੇ ਪਹਿਲਾ ਪ੍ਰਦਰਸ਼ਨ ਕੀਤਾ ਅਤੇ ਸੂਬੇ ਭਰ 'ਚ ਵੱਖ-ਵੱਖ ਸਿਆਸੀ ਆਗੂਆਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਗਿਆ। ਆਪਾਂ ਬਾਦਲ ਦੇ ਪਿੰਡ 'ਚ ਆਏ ਆ, ਉਹਦੇ ਪਿੰਡ 'ਚ ਆਪਦਾ ਰੋਸ ਵਿਖਾਵਾ ਕਰਨ ਦੀ ਖਾਤਰ ਆਏ ਆ। ਤਾਂ ਇਸੇ
ਤਰ੍ਹਾਂ ਪੰਜਾਬ ਦੀ ਹਰ ਥਾਂ ਹਰ ਜਗ੍ਹਾ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਨੇ ਉਤਸ਼ਾਹਿਤ ਕੀਤਾ। ਤੇ ਇਸ ਤੋਂ ਬਾਅਦ ਆਇਆ 14 ਸਤੰਬਰ ਦਾ ਦਿਨ। ਇਸ ਦਿਨ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਇਹ ਸੈਸ਼ਨ ਇਸ ਲਈ ਵੀ ਅਹਿਮ ਸੀ ਕਿਉਂਕਿ ਕਰੋਨਾ ਮਹਾਮਾਰੀ ਦੇ ਦੌਰਾਨ ਇਹ ਸੈਸ਼ਨ ਖਾਸ ਤੌਰ ਤੇ ਬੁਲਾਇਆ ਗਿਆ ਸੀ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸੰਸਦ ਦੇ ਵਿੱਚ ਖੇਤੀ ਬਿੱਲਾਂ ਸਮੇਤ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣੇ ਸੀ। ਤੇ ਉਧਰ ਦੂਜੇ ਪਾਸੇ ਇਸੇ ਦਿਨ ਦੇਸ਼ ਭਰ ਦੀਆਂ ਕਰੀਬ 250 ਕਿਸਾਨ ਜਥੇਬੰਦੀਆਂ ਨੇ ਦੇਸ਼ ਭਰ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਤੇਜ਼ ਕਰਨ ਦੇ ਲਈ ਵਿਸ਼ਾਲ ਰੈਲੀਆਂ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਹਰ ਕੋਨੇ 'ਚ ਕਿਸਾਨੀ ਅੰਦੋਲਨ ਵਧਣ ਲੱਗਾ ਤੇ ਲੋਕ ਸੜਕਾਂ ਤੇ ਆ ਕੇ ਧਰਨੇ ਪ੍ਰਦਰਸ਼ਨ ਕਰਨ ਲੱਗੇ। ਕਿਸਾਨਾਂ ਦੇ ਧਰਨਿਆਂ ਨੇ ਕੇਂਦਰ ਦੇ ਨਾਲ-ਨਾਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਹਲੂਣਿਆ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਿਸਾਨਾਂ ਨੂੰ ਦਿੱਲੀ ਛੱਡ ਕੇ ਮੀਟਿੰਗ ਨਾ ਕਰਨ ਵਾਲੀ ਕੇਂਦਰ ਦੀ ਭਾਈਵਾਲ ਪਾਰਟੀ ਅਕਾਲੀ ਦਲ ਕਿਸਾਨਾਂ ਦੇ ਪੱਕੇ ਨਿਸ਼ਾਨੇ ਤੇ ਸੀ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਗਾਤਾਰ ਕਿਸਾਨਾਂ ਨੂੰ ਕੇਂਦਰ ਤੇ ਭਰੋਸਾ ਕਰਨ ਦੀ ਗੱਲ ਆਖਦੀ ਰਹੀ। ਕਿਤੇ ਵੀ ਕੋਈ ਰੌਲਾ ਰੱਪਾ ਨਹੀਂ ਪਿਆ, ਲੇਕਿਨ ਕੱਲੇ ਇੱਥੇ ਸਾਡੇ ਵਿਰੋਧੀ ਕਾਂਗਰਸੀ ਤੇ ਉਹਨਾਂ ਦੀ ਬੀ ਟੀਮ ਨੇ ਕਿਸਾਨ ਯੂਨੀਅਨ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਖੱਜਲ ਖੁਆਰ ਕਰਨ ਵਾਸਤੇ, ਭਰਮ ਪੈਦਾ ਕਰਨ ਵਾਸਤੇ ਕੀ ਕੁਝ ਪੰਜਾਬ 'ਚ ਇਹਨਾਂ ਆਰਡੀਨੈਂਸਾਂ ਬਾਰੇ ਕਿਹਾ ਹੈਗਾ। ਪਰ ਕਿਸਾਨਾਂ ਨੇ ਆਪਣੇ ਵਿਰੋਧ ਦੋਵਾਂ ਪਾਰਟੀਆਂ ਪ੍ਰਤੀ ਜਾਰੀ ਰੱਖਿਆ। 17 ਸਤੰਬਰ 2020 ਨੂੰ ਲੋਕ ਸਭਾ ਦੇ ਵਿੱਚ ਕੇਂਦਰ ਦੇ ਤਿੰਨੇ ਖੇਤੀ ਬਿੱਲ ਪਾਸ ਹੋ ਗਏ। ਹਾਲਾਂਕਿ ਕਾਂਗਰਸ ਸਮੇਤ तमाम ਵਿਰੋਧੀ ਪਾਰਟੀਆਂ ਨੇ ਜੰਮ ਕੇ ਇਸ ਦਾ ਵਿਰੋਧ ਕੀਤਾ, ਪਰ ਭਾਜਪਾ ਸੰਸਦ ਬਿੱਲ ਪਾਸ ਕਰਵਾਉਣ ਦੇ ਵਿੱਚ ਕਾਮਯਾਬ ਰਹੇ। ਪਰ ਇਸੇ ਦਿਨ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਭੁਚਾਲ ਆਇਆ, ਕਿਉਂਕਿ ਪੰਜਾਬ ਦੇ ਵਿੱਚ ਤਿੱਖਾ ਵਿਰੋਧ ਚੱਲ ਰਹੀ ਅਕਾਲੀ ਦਲ ਨੂੰ ਮਜਬੂਰਨ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਉਣਾ ਪਿਆ। 20 ਸਤੰਬਰ 2020 ਨੂੰ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਇਹ ਬਿੱਲ ਪਾਸ ਹੋ ਜਾਂਦੇ ਨੇ। ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਕਿਸਾਨੀ ਅੰਦੋਲਨ ਇੱਕ ਨਵਾਂ ਮੋੜ ਲੈਂਦਾ ਹੈ, ਕਿਉਂਕਿ ਨਾ ਚਾਹੁੰਦੇ ਹੋਏ ਵੀ ਅਕਾਲੀ ਦਲ ਸਮੇਤ ਪੰਜਾਬ ਦੀਆਂ तमाम ਸਿਆਸੀ ਪਾਰਟੀਆਂ ਕੇਂਦਰ ਸਰਕਾਰ ਦੇ ਖਿਲਾਫ ਬੋਲਣ ਲੱਗੀਆਂ। ਇਸ ਤੋਂ ਬਾਅਦ 25 ਸਤੰਬਰ 2020 ਨੂੰ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਕਲਾਕਾਰਾਂ ਵੱਲੋਂ ਮਿਲ ਕੇ ਕੇਂਦਰ ਖਿਲਾਫ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜੋ ਸਫਲਤਾਪੂਰਵਕ ਨੇਪਰੇ ਵੀ ਚੜਿਆ। ਤੇ ਇਸੇ ਬੰਦ ਦਾ ਸਿੱਧਾ ਅਸਰ 9 ਮਾਸ ਦੇ ਰਿਸ਼ਤੇ ਜਾਨੀ ਕਿ ਅਕਾਲੀ ਭਾਜਪਾ ਗੱਠਜੋੜ ਤੇ ਵੀ ਪਿਆ, ਜੋ 26 ਸਤੰਬਰ 2020 ਨੂੰ ਕਿਸਾਨਾਂ ਦੇ ਹੱਕਾਂ ਦੇ ਲਈ ਸਦਾ ਲਈ ਟੁੱਟ ਗਿਆ। 27 ਸਤੰਬਰ 2020 ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਖੇਤੀ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਹ ਬਿੱਲ ਕਾਨੂੰਨ ਦਾ ਰੂਪ ਧਾਰਨ ਕਰ ਗਏ ਤੇ ਦੂਜੇ ਪਾਸੇ ਪੰਜਾਬ ਦਾ ਕਿਸਾਨੀ ਅੰਦੋਲਨ ਲੋਕ ਲਹਿਰ ਦੇ ਵਿੱਚ ਤਬਦੀਲ ਹੋ ਗਿਆ। ਤੇ ਹੁਣ ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਦੇ ਵਿੱਚ ਸਿਆਸੀ ਪਾਰਟੀਆਂ ਦੀ ਕੇਂਦਰ ਵਿਰੋਧੀ ਰੈਲੀਆਂ ਦੀ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਭੂਮਿਕਾ ਨਿਭਾਈ ਲੋਕ ਇਨਸਾਫ ਪਾਰਟੀ ਨੇ। ਲੋਕ ਇਨਸਾਫ ਪਾਰਟੀ ਨੇ 22 ਜੂਨ 2020 ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਸਾਈਕਲ ਯਾਤਰਾ ਦਾ ਆਗਾਜ਼ ਕੀਤਾ, ਜਿਸ ਦੇ ਵਿੱਚ ਪਿੰਡ ਦੇ ਆਮ ਕਿਸਾਨਾਂ ਨੂੰ ਇਹ ਦੱਸਿਆ ਗਿਆ ਕਿ ਆਖਿਰ ਕੇਂਦਰ ਦੇ ਕਾਨੂੰਨ ਕਿਸਾਨੀ ਦੇ ਵਿੱਚ ਕੀ ਬਦਲਾਅ ਲੈ ਕੇ ਆਉਣਗੇ। ਇਸੇ ਤਰ੍ਹਾਂ 1 ਅਕਤੂਬਰ 2020 ਨੂੰ ਅਕਾਲੀ ਦਲ ਨੇ ਕੇਂਦਰ ਦੇ ਨਾਲ ਆਪਣਾ ਨਾਤਾ ਤੋੜਨ ਤੋਂ ਬਾਅਦ ਪੰਜਾਬ ਦੇ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣ ਦੇ ਲਈ ਮੁੜ ਤੋਂ ਪੰਜਾਬ ਦਾ ਰੁਖ ਕੀਤਾ ਤੇ 3 ਤਖਤ ਸਹਿਬਾਨਾਂ ਤੋਂ ਟਰੈਕਟਰ ਰੈਲੀ ਕੱਢੀ, ਜਿਸ ਦੇ ਵਿੱਚ ਸੁਖਬੀਰ ਬਾਦਲ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੁਦ ਸ਼ਮੂਲੀਅਤ ਕੀਤੀ। ਅਕਾਲੀ ਦਲ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਕਾਂਗਰਸ ਨੇ ਹਾਈ ਕਮਾਨ ਰਾਹੁਲ गांधी ਨੂੰ ਪੰਜਾਬ ਦੇ ਵਿੱਚ ਉਤਾਰਿਆ। हिंदुस्तान के गरीब लोगों पर, किसानों पर, मजदूरों पर, छोटे दुकानदारों पर, स्मॉल एंड मीडियम बिजनेस वालों पर आक्रमण कर दी। ਰਾਹੁਲ गांधी ਨੇ ਖੇਤੀ ਬਚਾਓ ਯਾਤਰਾ ਤਹਿਤ 4, 5 ਅਤੇ 6 ਅਕਤੂਬਰ ਨੂੰ 3 ਦਿਨ ਪੰਜਾਬ ਦਾ ਦੌਰਾ ਕੀਤਾ
ਤੇ ਮੋਗਾ, ਸੰਗਰੂਰ ਅਤੇ ਪਟਿਆਲਾ ਦੇ ਵਿੱਚ ਟਰੈਕਟਰਾਂ ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ। ਕਾਂਗਰਸ ਤੋਂ ਬਾਅਦ ਹੁਣ ਵਾਰੀ ਸੀ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਨੇ ਪੰਜਾਬ ਛੱਡ ਰਾਜਧਾਨੀ ਦਿੱਲੀ ਵੱਲ ਕੂਚ ਕੀਤਾ ਤੇ 12 ਅਕਤੂਬਰ 2020 ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਦਿੱਲੀ ਦੇ ਜੰਤਰ ਮੰਤਰ ਤੇ ਇੱਕ ਵੱਡਾ ਧਰਨਾ ਦਿੱਤਾ, ਜਿਸ ਦੇ ਵਿੱਚ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹੋਏ। जंतर मंतर पंजाब के किसानों ने देश को अनाज के अंदर आत्मनिर्भर बनाया था, इन कंपनियों ने नहीं बनाया था। 8 ਅਕਤੂਬਰ ਤੋਂ ਬਾਅਦ 14 ਅਕਤੂਬਰ ਨੂੰ ਇੱਕ ਵਾਰ ਫਿਰ ਤੋਂ ਕੇਂਦਰ ਨੇ ਕਿਸਾਨਾਂ ਨੂੰ ਸੱਦਾ ਭੇਜਿਆ, ਪਰ ਇਹ ਸੱਦਾ ਇਸ ਵਾਰ ਫਿਰ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਦੇ ਵੱਲੋਂ ਭੇਜਿਆ ਗਿਆ ਸੀ। ਹਾਲਾਂਕਿ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਗਈ, ਪਰ ਕੇਂਦਰ ਵੱਲੋਂ ਕਿਸਾਨਾਂ ਦੀ ਕਿਸੇ ਵੀ ਸ਼ਰਤ ਨੂੰ ਨਾ ਮੰਨਣ ਕਰਕੇ ਕਿਸਾਨ ਇਸ ਮੀਟਿੰਗ ਦੇ ਵਿੱਚੋਂ ਨਾਰਾਜ਼ ਹੋ ਕੇ ਬਾਹਰ ਆ ਗਏ। अगर ये कानून वापस नहीं होते तो ये आंदोलन कहीं नहीं रुकेगा। ये सोचना गलत है कि इसमें कुछ संशोधन किया जाए, संशोधन से ये रुक जाएगा, ऐसे से नहीं रुकेगा ये। ਸੋ ਇਸ ਤਰ੍ਹਾਂ ਪੰਜਾਬ ਦਾ ਹਰ ਸ਼ਖਸ, ਚਾਹੇ ਉਹ ਬਜ਼ੁਰਗ ਸੀ, ਕਿਸਾਨ ਸੀ, ਬੀਬੀਆਂ ਸੀ, ਨੌਜਵਾਨ, ਬੱਚੇ ਬੱਚੀਆਂ ਤੇ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ ਦੀ ਲੜਾਈ ਦੇ ਵਿੱਚ ਸੜਕਾਂ ਤੇ ਆਏ। ਸੋਸ਼ਲ ਮੀਡੀਆ ਦੀਆਂ ਪੋਸਟਾਂ, ਸੜਕਾਂ ਤੇ ਦਿਖਦੇ ਕਿਸਾਨੀ ਝੰਡੇ, ਦਿੱਲੀ ਦੇ ਵਿੱਚ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ, ਹਰ ਇੱਕ ਧਰਨੇ ਨੇ ਇੱਕ ਨਵਾਂ ਇਤਿਹਾਸ ਸਿਰਜਿਆ। ਜੂਨ ਦੇ ਵਿੱਚ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਅੱਜ ਵੀ ਜਾਰੀ ਹੈ ਤੇ ਹੋ ਸਕਦਾ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਸੋ ਇਸੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਪੰਜਾਬ ਦੇ ਵਿੱਚ ਜੇਲ੍ਹ ਭਰੋ ਅੰਦੋਲਨ, ਰੇਲ ਰੋਕੋ ਅੰਦੋਲਨ ਅਤੇ ਇਸ ਤੋਂ ਇਲਾਵਾ ਪਟਿਆਲਾ ਅਤੇ ਲੰਬੀ ਦੇ ਵਿੱਚ ਪੱਕੇ ਮੋਰਚੇ ਲਾਏ। ਕੈਪਟਨ ਅਮਰਿੰਦਰ ਸਿੰਘ ਸਮੇਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਘਿਰਾਓ ਵੀ ਕਿਸਾਨਾਂ ਦੇ ਵੱਲੋਂ ਕੀਤਾ ਗਿਆ। ਹਰ ਰੋਜ਼ ਕਿਸਾਨ ਜਥੇਬੰਦੀਆਂ ਤੇ ਬੁੱਧੀਜੀਵੀ ਇਕਜੁੱਟ ਹੁੰਦੇ ਤੇ ਰਣਨੀਤੀ ਤਿਆਰ ਕਰਕੇ ਸਿੱਧਾ ਸਿਆਸਤਦਾਨਾਂ ਦੀ ਹਿੱਕ ਤੇ ਵਾਰ ਕਰਦੇ। ਸ਼ਾਇਦ ਕਿਸਾਨਾਂ ਦੇ ਇਸੇ ਦਬਾਅ ਨੇ ਪੰਜਾਬ ਸਰਕਾਰ ਨੂੰ ਵੀ ਇੱਕ ਇਤਿਹਾਸਕ ਫੈਸਲਾ ਲੈਣ ਦੇ ਲਈ ਮਜਬੂਰ ਕੀਤਾ, ਜਿਸ ਦੇ ਤਹਿਤ 20 ਅਕਤੂਬਰ 2020 ਨੂੰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੇਂਦਰ ਦੇ ਬਣਾਏ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ 3 ਖੇਤੀ ਬਿੱਲ ਪਾਸ ਕੀਤੇ ਗਏ, ਜਿਨ੍ਹਾਂ ਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਸਹਿਮਤੀ ਹੋਈ ਤੇ ਸਭ ਇਕਜੁੱਟ ਹੋ ਕੇ ਕੇਂਦਰ ਸਰਕਾਰ ਨੂੰ ਲਲਕਾਰਨ ਲੱਗੇ। ਤਾਂ ਮੈਨੂੰ ਅਸਤੀਫਾ ਦੇਣ ਦਾ ਕੋਈ ਨਹੀਂ, ਮੇਰਾ ਅਸਤੀਫਾ ਤਾਂ ਆ ਪਿਆ, ਜਦੋਂ ਮਰਜ਼ੀ ਕੱਢ ਕੇ ਲੈ ਜਾਣਾ। ਆਈ ਐਮ ਨਾਟ ਬਾਦਰਡ ਅਬਾਊਟ ਅਸਤੀਫਾਸ। ਬਿੱਲਾਂ ਦੇ ਵਿੱਚ ਅਨੇਕਾਂ ਖਾਮੀਆਂ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਇਸ ਐਕਸ਼ਨ ਤੋਂ ਬਾਅਦ 21 ਅਕਤੂਬਰ ਨੂੰ ਹੋਈ ਮੀਟਿੰਗ ਦੌਰਾਨ 30 ਕਿਸਾਨ ਜਥੇਬੰਦੀਆਂ ਨੇ ਵਿਧਾਨ ਸਭਾ 'ਚ ਪਾਸ ਹੋਏ ਇਹਨਾਂ ਬਿੱਲਾਂ ਨੂੰ ਟੁੱਟਿਆ ਭੱਜਿਆ ਦੱਸ ਕੇ ਖੁੱਲੇ ਦਿਲ ਨਾਲ ਇਹਨਾਂ ਬਿੱਲਾਂ ਦਾ ਸਵਾਗਤ ਕੀਤਾ ਤੇ ਆਪਣੇ ਰੇਲ ਰੋਕੋ ਅੰਦੋਲਨ ਦੇ ਵਿੱਚ ਇੱਕ ਵੱਡਾ ਪਰਿਵਰਤਨ ਕਰਕੇ ਕੇਵਲ ਮਾਲ ਗੱਡੀਆਂ ਨੂੰ 5 ਨਵੰਬਰ ਤੱਕ ਰਸਤੇ ਖੋਲ੍ਹ ਦਿੱਤੇ। ਕਿਸਾਨੀ ਅੰਦੋਲਨ ਨੇ ਇਸ ਸਾਲ ਦੁਸਹਿਰੇ ਨੂੰ ਵੀ ਆਪਣੇ ਰੰਗ 'ਚ ਰੰਗਿਆ। ਦੇਸ਼ ਦੇ ਹੋਰ ਸੂਬਿਆਂ 'ਚ ਜਿੱਥੇ ਰਾਵਣ ਦੇ ਪੁਤਲੇ ਸਾੜੇ ਗਏ, ਉੱਥੇ ਹੀ ਪੰਜਾਬ ਦੇ ਵਿੱਚ ਰਾਵਣ ਦੀ ਥਾਂ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸਰਮਾਏਦਾਰਾਂ ਦੇ ਪੁਤਲੇ ਸਾੜ ਕੇ ਕਿਸਾਨਾਂ ਦੇ ਵੱਲੋਂ ਕੇਂਦਰ ਦੇ ਖਿਲਾਫ ਭੜਾਸ ਕੱਢੀ ਗਈ। ਫਿਰ ਇਸ ਤੋਂ ਬਾਅਦ ਕੇਂਦਰ ਦਾ ਪੰਜਾਬ ਨਾਲ ਰੁੱਖਾ ਵਰਤੀਰਾ ਹੋਰ ਵੱਧ ਗਿਆ, ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਪੰਜਾਬ 'ਚ ਆਉਣ ਵਾਲੀਆਂ ਸਾਰੀਆਂ ਮਾਲ ਗੱਡੀਆਂ ਬੰਦ ਕਰ ਦਿੱਤੀਆਂ ਤੇ ਇਸ ਦੇ ਨਾਲ ਹੀ ਕਿਸਾਨਾਂ ਅੱਗੇ ਮੁਸਾਫਰ ਗੱਡੀਆਂ ਨੂੰ ਚਲਾਉਣ ਦੀ ਵੀ ਸ਼ਰਤ ਰੱਖ ਦਿੱਤੀ। ਪਰ ਫਿਰ ਵੀ ਪੰਜਾਬ ਦੇ ਕਿਸਾਨ ਨਾ ਮੰਨੇ, ਸਗੋਂ ਪੰਜਾਬ ਛੱਡ ਦੇਸ਼ ਦੇ ਹੋਰ ਸੂਬੇ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ ਅਤੇ 5 ਨਵੰਬਰ ਨੂੰ ਪੂਰੇ ਦੇਸ਼ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ। ਇਸ ਲੋਕ ਲਹਿਰ ਨੇ ਕਈ ਸੰਘਰਸ਼ੀਲ ਲੋਕ ਵੀ ਪੰਜਾਬ ਤੋਂ ਖੋਹੇ, ਜਿਨ੍ਹਾਂ ਦੇ ਵਿੱਚ ਮਾਨਸਾ ਦਾ ਕਿਸਾਨ ਮੁਖਤਿਆਰ ਸਿੰਘ, ਸੰਗਰੂਰ ਦਾ ਇੱਕ ਕਿਸਾਨ ਲਾਭ ਸਿੰਘ, ਮਾਨਸਾ ਦੇ ਧਰਨੇ ਦੇ ਵਿੱਚ ਇੱਕ ਕਿਸਾਨ ਜੁਗਰਾਜ ਸਿੰਘ ਅਤੇ ਇਸ ਤੋਂ ਇਲਾਵਾ ਬੁਢਲਾਡਾ ਦੇ ਵਿੱਚ ਮਾਤਾ ਤੇਜ ਕੌਰ, ਰੂਪਨਗਰ ਦੇ ਵਿੱਚ ਪਿੰਡ ਮੀਆਂਪੁਰ ਦਾ ਸਰਪੰਚ ਦਿਲਬਰ ਹੁਸੈਨ ਅਤੇ ਮੰਡੀ ਅਹਿਮਦਗੜ੍ਹ ਦੇ ਵਿੱਚ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਚੱਲਦੇ ਹੋਏ ਧਰਨਿਆਂ ਦੌਰਾਨ ਹੀ ਦਮ ਤੋੜ ਦਿੱਤਾ। ਪੰਜਾਬ 'ਚ ਉੱਠੀ ਇਸ ਲੋਕ ਲਹਿਰ ਨੇ ਕਈ ਇਤਿਹਾਸ ਸਿਰਜੇ, ਜਿਨ੍ਹਾਂ ਦੇ ਵਿੱਚੋਂ ਇੱਕ ਸੀ ਕਿ ਸਿਆਸੀ ਪਾਰਟੀਆਂ ਦਾ ਇੱਕ ਮੰਚ ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਨੂੰ ਲਲਕਾਰਨਾ ਤੇ ਦੂਜੀ ਗੱਲ ਇਹ ਸੀ ਕਿ ਪੰਜਾਬ ਦੀ ਨੌਜਵਾਨੀ ਨੇ ਇਸ ਘੋਲ ਦੇ ਵਿੱਚ ਇੱਕ ਵੱਡਾ ਅਹਿਮ ਰੋਲ ਅਦਾ ਕੀਤਾ।
ਇਸ ਸੰਘਰਸ਼ ਨੇ ਸਾਬਿਤ ਕੀਤਾ ਕਿ ਪੰਜਾਬੀ ਆਪਣਾ ਹੱਕ ਲੈਣ ਦੇ ਲਈ ਵੱਡੀ ਤੋਂ ਵੱਡੀ ਤਾਕਤ ਦੇ ਨਾਲ ਵੀ ਮੱਥਾ ਲਾ ਸਕਦੇ ਨੇ। ਸੋ ਕੁੱਲ ਮਿਲਾ ਕੇ ਪੰਜਾਬ ਦੇ ਬਸ਼ਿੰਦੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਸੜਕਾਂ ਦੇ ਉੱਤੇ ਡਟੇ ਹੋਏ ਨੇ ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਇਹ ਸੰਘਰਸ਼ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਕੇਂਦਰ ਸਰਕਾਰ ਆਪਣਾ ਫੈਸਲਾ ਬਦਲਣ ਦੇ ਲਈ ਮਜਬੂਰ ਨਹੀਂ ਹੋ ਜਾਂਦੀ। ਮੋਦੀ ਸਾਹਿਬ ਆਓ ਗੱਲ ਅਸੀਂ ਕਿਉਂਕਿ ਮੌਤ ਤੇ ਜ਼ਿੰਦਗੀ ਦੀ ਲੜਾਈ ਆ ਇਹ, ਅਸੀਂ ਆਓ ਗੱਲ ਲੜਦੇ ਰਹਾਂਗੇ ਜੋ ਗੱਲ ਇਹ ਵਾਪਸ ਨਹੀਂ ਹੁੰਦੇ।